ਹੈਲੋ एवरीवन ਵੈਲਕਮ ਟੂ ਦ ਚੈਨਲ। ਸੋ ਜੇ ਆਪਾਂ ਗੱਲ ਕਰਾਂਗੇ ਕਿੰਗਡਮ ਫੰਜਾਈ ਦੇ ਯੂਜ਼ਸ ਔਰ ਹਾਰਮਫੁਲ ਇਫੈਕਟ ਦੇ ਬਾਰੇ। ਹੁਣ ਫੰਜਾਈ ਜਿਹੜੀ ਹੈਗੀ ਆ ਉਹ ਕਈ ਹੱਦ ਤੱਕ ਸਾਡੇ ਲਈ ਯੂਜ਼ਫੁਲ ਵੀ ਆ, ਜਿੱਦਾਂ ਕਿ ਮਸ਼ਰੂਮ ਹੋ ਗਏ, ਉਹ ਅਸੀਂ ਫੂਡ ਦੇ ਤੌਰ 'ਤੇ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਐਂਟੀਬਾਇਓਟਿਕ ਦੇ ਤੌਰ 'ਤੇ ਯੂਜ਼ ਕੀਤੀ ਜਾਂਦੀ ਹੈਗੀ। ਪੈਨੀਸਿਲੀਅਮ ਜਿਹੜੀ ਉਹ ਵੀ ਇੱਕ ਤਰ੍ਹਾਂ ਦੀ ਫੰਜਾਈ ਆ। ਬੇਕਰੀ ਦੇ ਵਿੱਚ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਆ ਵਿਟਾਮਿਨ ਦੇ ਸੋਰਸ ਦੇ ਤੌਰ 'ਤੇ, ਜਾਂ ਸੋਇਲ ਦੀ ਫਰਟੀਲਿਟੀ ਦੇ ਲਈ ਕਾफ़ੀ ਯੂਜ਼ਫੁਲ ਹੁੰਦੀ ਹੈ ਫੰਜਾਈ। ਇਸ ਤੋਂ ਇਲਾਵਾ ਇਹਦੇ ਕਈ ਹਾਰਮ ਵੀ ਹੁੰਦੇ ਹੈਗੇ, ਨੁਕਸਾਨ ਵੀ ਹੁੰਦੇ, ਜਿੱਦਾਂ ਐਨੀਮਲਸ ਜਾਂ ਪਲਾਂਟਸ ਦੇ ਵਿੱਚ ਡਿਸੀਜ਼ ਕਾਜ਼ ਕਰ ਦਿੰਦੀ ਆ। ਸੋ ਆਪਾਂ ਇਹਨਾਂ ਬਾਰੇ ਹੀ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲੇ ਹੈ ਯੂਜ਼ਸ ਆਫ ਦ ਫੰਜਾਈ। ਠੀਕ ਹੈ, ਬੈਨੀਫਿਸ਼ੀਅਲ ਐਸਪੈਕਟ ਦੱਸੇ ਹੋਏ ਆ ਕਿ ਇਹਨੂੰ ਅਸੀਂ ਫੂਡ ਦੇ ਤੌਰ 'ਤੇ ਯੂਜ਼ ਕਰਦੇ ਹੈਗੇ ਹਾਂ, ਜਿੱਦਾਂ ਕਿ ਐਗੈਰੀਕਸ ਬਾਇਸਪੋਰਸ ਹੋ ਗਿਆ, ਐਗੈਰੀਕਸ ਕੈਂਪੈਸਟਰਿਸ ਹੋ ਗਈ, ਮਸ਼ਰੂਮ ਜਿਹੜੀ ਆ ਇਹਨੂੰ ਅਸੀਂ ਯੂਜ਼ ਕਰਦੇ ਹਾਂ ਆਪਣੇ ਖਾਣੇ ਦੇ ਲਈ। ਇਸ ਤੋਂ ਇਲਾਵਾ ਮੋਰਚਿਲਾ ਲਾਈਕੋਪੈਡਨ ਹੋ ਗਈ, ਠੀਕ ਹੈ, ਵੋਲਵੇਰੀਆ ਹੋ ਗਈ, ਇਹ ਸਭ ਐਡੀਬਲ ਫੰਜਾਈ ਹੈਗੀ ਆ। ਇਸ ਤੋਂ ਇਲਾਵਾ ਹੈ ਕਿ ਜਿਹੜਾ ਈਸਟ ਆ ਉਹ ਵਿਟਾਮਿਨ ਦੇ ਤੌਰ 'ਤੇ ਵੀ ਯੂਜ਼ ਕੀਤਾ ਜਾਂਦਾ। ਹੁਣ ਸੈਕਰੋਮਾਈਸਿਸ ਹੋ ਗਿਆ, ਐਂਡੋਮਾਈਸਿਸ ਹੋ ਗਿਆ, ਟੋਰੂਲਾ ਹੋ ਗਿਆ, ਠੀਕ ਹੈ, ਸਭ ਜਿਹੜੇ ਹੈਗੇ ਆ ਇਹ ਇਹਨਾਂ ਤੋਂ ਸਾਨੂੰ ਵਿਟਾਮਿਨ ਬੀ ਔਰ ਡੀ ਮਿਲਦਾ ਆ। ਇਸ ਤੋਂ ਇਲਾਵਾ ਹੈ ਕਿ ਮਿਊਕਰ ਤੋਂ ਔਰ ਐਂਟੀ ਮਿਊਕਰ ਤੋਂ ਸੁਫੂ ਫੂਡ ਮਿਲਦਾ ਆ ਸਾਨੂੰ। ਇਸ ਤੋਂ ਇਲਾਵਾ ਹੈ ਕਿ ਇਹਨੂੰ ਐਂਟੀਬਾਇਓਟਿਕ ਦੇ ਤੌਰ 'ਤੇ ਵੀ ਯੂਜ਼ ਕੀਤਾ ਜਾਂਦਾ ਹੈ, ਜਿੱਦਾਂ ਕਿ ਪੈਨੀਸਿਲੀਅਮ ਹੋ ਗਈ। ਫਿਰ ਹੈ ਫਰਮੈਂਟੇਸ਼ਨ ਪ੍ਰੋਸੈਸ ਦੇ ਵਿੱਚ ਈਸਟ ਦੇ ਤੌਰ 'ਤੇ ਸੈਕਰੋਮਾਈਸਿਸ ਸਰਵੀਸੀਆ ਨੂੰ ਯੂਜ਼ ਕੀਤਾ ਜਾਂਦਾ ਆ ਤਾਂ ਕਿ ਉਹਦੇ ਤੋਂ ਐਲਕੋਹਲ ਪ੍ਰੀਪੇਅਰ ਹੋ ਸਕੇ। ਹੁਣ ਗਲੂਕੋਜ਼ ਜਾਂ ਜਿਹੜੀ ਸ਼ੂਗਰ ਹੁੰਦੀ ਹੈਗੀ ਆ ਉਹਨੂੰ ਆਕਸੀਜਨ ਦੀ ਐਬਸੈਂਸ ਤੇ ਈਸਟ ਦੀ ਪ੍ਰੈਜ਼ੈਂਸ ਦੇ ਵਿੱਚ ਉਹਦੀ ਫਰਮੈਂਟੇਸ਼ਨ ਕਰਵਾਈ ਜਾਂਦੀ ਹੈ, ਜਿਹਦੇ ਥਰੂ ਐਲਕੋਹਲ ਮਿਲਦੀ ਹੈ ਸਾਨੂੰ। ਇਸ ਤੋਂ ਅੱਗੇ ਹੈ ਕਿ ਫੰਜਾਈ ਜਿਹੜੀ ਹੈਗੀ ਆ ਉਹਨੂੰ ਬੇਕਰੀ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਆ ਤਾਂ ਕਿ ਡੋ ਜਿਹੜਾ ਪ੍ਰੀਪੇਅਰ ਕਰਦੇ ਹੈਗੀਆਂ, ਹੁਣ ਬ੍ਰੈਡ ਵਗੈਰਾ ਬਣਾਉਣ ਦੇ ਲਈ ਜਾਂ ਕੇਕ ਬਣਾਉਣ ਦੇ ਲਈ ਉਹਦੇ ਵਿੱਚ ਇਹਨੂੰ ਯੂਜ਼ ਕਰਦੇ ਹਾਂ ਤਾਂ ਕਾਰਬਨ ਡਾਈਆਕਸਾਈਡ ਇਵੋਲਵ ਹੋਣ ਦੇ ਨਾਲ, ਬਣਨ ਦੇ ਨਾਲ, ਕਾਰਬਨ ਡਾਈਆਕਸਾਈਡ ਪ੍ਰੋਡਿਊਸ ਹੋਣ ਦੇ ਨਾਲ ਥੋੜ੍ਹਾ ਫਲਫੀ ਹੋ ਜਾਂਦਾ ਹੈਗਾ ਆ। ਉਸ ਤੋਂ ਅੱਗੇ ਹੈ ਐਨਜ਼ਾਈਮ ਦੇ ਤੌਰ 'ਤੇ ਇਹਨੂੰ ਯੂਜ਼ ਕੀਤਾ ਜਾਂਦਾ, ਜਿੱਦਾਂ ਕਿ ਟਾਕਾ ਡਾਇਸਟੇਜ਼ ਹੋ ਗਿਆ, ਠੀਕ ਹੈ, ਡਾਇਜੈਸਟਿਨ ਹੋ ਗਿਆ, ਪੋਲੀਜ਼ਿਮ ਹੋ ਗਿਆ, ਹੁੰਦੇ ਹੈਗੇ ਆ। ਇੱਕ ਇਹਦੇ ਕੇਸ ਫੰਜਾਈ ਤੋਂ ਆਉਂਦੀ ਹੈਗੀ ਆ ਐਸਪਰਜਿਲਸ ਫਲੇਵਸ ਫੰਜਾਈ ਤੋਂ, ਠੀਕ ਹੈ, ਐਸਪਰਜਿਲਸ ਫਲੇਵਸ ਔਰਿਜ਼ੇ ਸੀਰੀਜ਼ ਦੇ ਫੰਜਾਈ ਤੋਂ ਇਹ ਐਨਜ਼ਾਈਮਸ ਜਿਹੜੇ ਹੈਗੇ ਆ ਸਾਨੂੰ ਮਿਲਦੇ ਆ। ਫਿਰ ਇਨਵਰਟੇਜ਼ ਐਨਜ਼ਾਈਮ ਜਿਹੜਾ ਹੈਗਾ ਆ ਉਹ ਮਿਲਦਾ ਹੈਗਾ ਆ ਸਾਨੂੰ ਸੈਕਰੋਮਾਈਸਿਸ ਸਰਵੀਸੀਆਈ ਤੋਂ, ਠੀਕ ਹੈ। ਅਮਾਈਲੇਜ਼ ਜਿਹੜੀ ਹੈਗੀ ਆ, ਅਮਾਈਲੇਜ਼ ਸਾਨੂੰ ਮਿਲਦੀ ਹੈਗੀ ਆ ਐਸਪਰਜਿਲਸ ਔਰਿਜ਼ੇ ਤੋਂ। ਜ਼ਾਈਮੇਜ਼ ਮਿਲਦਾ ਹੈਗਾ ਈਸਟ ਤੋਂ, ਸੇਮ ਸੈਕਰੋਮਾਈਸਿਸ ਸਰਵੀਸੀਆ ਤੋਂ। ਇਸ ਤੋਂ ਅੱਗੇ ਹੈ ਪੈਨੀਸਿਲੀਅਮ ਕੈਮੈਂਬਰਟੀ ਔਰ ਪੈਨੀਸਿਲੀਅਮ ਰੋਕਫੋਰਟੀ ਜਿਹੜਾ ਹੈਗਾ ਆ ਇਹ ਚੀਜ਼ ਨੂੰ ਫਲੇਵਰ ਦੇਣ ਦੇ ਵਿੱਚ ਹੈਲਪ ਕਰਦਾ ਆ। ਚੀਜ਼ ਦੇ ਕਈ ਤਰ੍ਹਾਂ ਦੇ ਟਾਈਪ ਹੁੰਦੇ ਆ, ਪਨੀਰ ਦੇ ਕਈ ਤਰ੍ਹਾਂ ਦੇ ਟਾਈਪ ਹੁੰਦੇ ਹੈਗੇ ਆ, ਉਹਨਾਂ ਦੇ ਵਿੱਚ ਉਹਨਾਂ ਨੂੰ ਫਲੇਵਰ ਦੇਣ ਦੇ ਲਈ, ਅਲੱਗ-ਅਲੱਗ ਫਲੇਵਰ ਦੇਣ ਦੇ ਲਈ ਇਹਨਾਂ ਨੂੰ ਯੂਜ਼ ਕਰਦੇ ਹਾਂ। ਇਸ ਤੋਂ ਅੱਗੇ ਹੈ ਐਸਿਡ ਮਿਲਦੇ ਹੈਗੇ। ਐਸਿਡ ਪ੍ਰੀਪਰੇਸ਼ਨ ਦੇ ਵਿੱਚ ਫੰਜਾਈ ਦਾ ਕਾਫੀ ਰੋਲ ਹੁੰਦਾ, ਜਿਹਦਾ ਸਿਟਰਿਕ ਐਸਿਡ ਆ ਉਹ ਐਸਪਰਜਿਲਸ ਨਾਈਗਰ ਤੋਂ, ਐਸਪਰਜਿਲਸ ਵੈਨਿਟੀ ਤੋਂ ਮਿਲਦਾ ਹੈਗਾ। ਗਲੂਕੋਨਿਕ ਐਸਿਡ ਮਿਲਦਾ ਹੈਗਾ ਐਸਪਰਜਿਲਸ ਨਾਈਗਰ ਤੋਂ, ਪੈਨੀਸਿਲੀਅਮ ਪਰਪੂਰੀਓਜੈਨਮ ਤੋਂ ਮਿਲਦਾ ਆ। ਫਿਰ ਗੈਲਿਕ ਐਸਿਡ ਹੈ, ਗੈਲਿਕ ਐਸਿਡ ਪੈਨੀਸਿਲੀਅਮ ਗਲਿਊਕਮ ਤੋਂ ਮਿਲਦਾ ਆ। ਇਸ ਤੋਂ ਇਲਾਵਾ ਐਸਪਰਜਿਲਸ ਗੈਲੋਮਾਈਸਿਸ ਤੋਂ ਮਿਲਦਾ ਆ ਗੈਲਿਕ ਐਸਿਡ ਜਿਹੜਾ ਆ। ਕੋਜਿਕ ਐਸਿਡ ਆ, ਕੋਜਿਕ ਐਸਿਡ ਐਸਪਰਜਿਲਸ ਔਰਿਜ਼ੇ ਤੋਂ ਮਿਲਦਾ ਆ। ਫਿਊਮਰਿਕ ਐਸਿਡ ਮਿਲਦਾ ਰਾਈਜ਼ੋਪਸ ਸਟੋਲੋਨੀਫਰ ਤੋਂ, ਠੀਕ ਹੈ। ਇਹ ਕੁਛ ਐਨਜ਼ਾਈਮਸ, ਕੁਛ ਫੰਜਾਈ ਦੱਸੀ ਹੋਈ ਆ ਜਿਹੜੀ ਕਿ ਅੱਗੇ ਪ੍ਰੋਡਕਟ ਤਿਆਰ ਕਰਦੀ ਆ ਔਰ ਇਹਨਾਂ ਪ੍ਰੋਡਕਟਸ ਨਾਲ ਰਿਲੇਟਿਡ ਕਈ ਵਾਰ ਕੁਐਸਚਨ ਆ ਜਾਂਦੇ ਹੈਗੇ ਆ। ਨੈਕਸਟ ਹੈ ਗਿਬਰਲਿਕ ਐਸਿਡ ਜਿਹੜਾ ਹੈਗਾ ਉਹ ਸਾਨੂੰ ਕਿੱਥੋਂ ਮਿਲਦਾ ਆ, ਫੰਗਸ ਫੁਜ਼ੇਰੀਅਮ ਮੋਲਿਨੀਫੋਰਮ, ਠੀਕ ਹੈ, ਇਹਦੇ ਤੋਂ ਗਿਬਰਲਿਕ ਐਸਿਡ ਮਿਲਦਾ। ਫਿਰ ਹੈ ਜੈਨੇਟਿਕ ਇੰਜੀਨੀਅਰਿੰਗ ਦੇ ਵਿੱਚ ਇਹਨੂੰ ਕਾਫੀ ਹੱਦ ਤੱਕ ਯੂਜ਼ ਕਰਦੇ ਹੈਗੇ ਆ, ਮਤਲਬ ਡਿਫੈਕਟਿਵ ਜੀਨਸ ਨੂੰ
ਰਿਮੂਵ ਕਰਨ ਦੇ ਲਈ, ਖ਼ਤਮ ਕਰਨ ਦੇ ਲਈ, ਰਿਪਲੇਸ ਕਰਨ ਦੇ ਲਈ, ਔਰ ਉਹਨਾਂ ਦੀ ਜਗ੍ਹਾ 'ਤੇ ਨਿਊ ਜੀਨਸ ਨੂੰ ਐਡ ਕਰਨ ਦੇ ਲਈ, ਤਾਂ ਕਿ ਕੋਈ ਵੀ ਜੈਨੇਟਿਕ ਡਿਸਆਰਡਰ ਅਗਰ ਹੈ ਪਲਾਂਟਸ ਦੇ ਵਿੱਚ ਜਾਂ ਐਨੀਮਲਸ ਦੇ ਵਿੱਚ ਉਹਨੂੰ ਖ਼ਤਮ ਕੀਤਾ ਜਾ ਸਕੇ। ਸੋ ਕਿਹੜਾ ਜਿਹੜਾ ਫੰਗਸ ਆ ਉਹ ਯੂਜ਼ ਕੀਤਾ ਜਾਂਦਾ ਜੈਨੇਟਿਕ ਇੰਜੀਨੀਅਰਿੰਗ ਦੇ ਤੌਰ 'ਤੇ, ਨਿਊਰੋਸਪੋਰਾ ਕ੍ਰੈਜ਼ਾ, ਬੇਡਲ ਔਰ ਟੈਟਮ। ਇਹ ਦੋ ਸਾਇੰਟਿਸਟ ਸੀ ਜਿਨ੍ਹਾਂ ਨੇ ਕਿ ਇਹਨਾਂ ਬਾਰੇ ਦੱਸਿਆ ਸੀਗਾ ਕਿ ਜੈਨੇਟਿਕ ਇੰਜੀਨੀਅਰਿੰਗ ਦੇ ਵਿੱਚ ਵੀ ਯੂਜ਼ ਕਰਦੇ ਆ, ਤੇ ਉਹਨਾਂ ਨੇ ਇਹਨੂੰ ਨਾਮ ਦਿੱਤਾ ਜੀਨ 1 ਐਨਜ਼ਾਈਮ ਹਾਈਪੋਥੀਸਿਸ। ਠੀਕ ਹੈ, ਇਸ ਜਿਹੜੀ ਪੂਰੀ ਥਿਊਰੀ ਸੀ ਇਹਨੂੰ ਨਾਮ ਦਿੱਤਾ ਗਿਆ ਹੈ। ਫਿਰ ਹੈ ਕਿ ਐਸਪਰਜਿਲਸ ਨਾਈਗਰ ਜਿਹੜਾ ਹੈਗਾ ਆ ਉਹ ਸੋਇਲ ਦੇ ਅੰਦਰ ਨਿਊਟਰੀਐਂਟਸ ਹੈ ਕਿ ਨਹੀਂ ਉਹਨੂੰ ਚੈੱਕ ਕਰਨ ਲਈ ਯੂਜ਼ ਕੀਤਾ ਜਾਂਦਾ। ਸੋਇਲ ਦੇ ਵਿੱਚ ਜਿੰਨੇ ਅੱਛੇ ਨਿਊਟਰੀਐਂਟਸ, ਜਿੰਨੇ ਜ਼ਿਆਦਾ ਨਿਊਟਰੀਐਂਟਸ ਹੋਣਗੇ ਉਨੀ ਉਹਦੀ ਕੁਆਲਿਟੀ ਸੋਇਲ ਦੀ ਅੱਛੀ ਹੋਏਗੀ। ਸੋ ਐਸਪਰਜਿਲਸ ਨਾਈਗਰ ਜਿਹੜਾ ਆ ਉਹ ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਮ ਜਾਂ ਮੋਲਿਬਡਨਮ ਦੀ ਪ੍ਰੈਜ਼ੈਂਸ ਹੈ ਕਿ ਨਹੀਂ ਸੋਇਲ 'ਚ, ਉਹਦੇ ਲਈ ਯੂਜ਼ ਕੀਤਾ ਜਾਂਦਾ ਉਹਨੂੰ ਚੈੱਕ ਕਰਨ ਦੇ ਲਈ। ਫਿਰ ਇਹ ਸੈਪਰੋਫਾਈਟਿਕ ਫੰਜਾਈ ਜਿਹੜੀ ਹੈਗੀ ਆ, ਹੁਣ ਸੈਪਰੋਫਾਈਟਿਕ ਜਾਂ ਸੈਪਰੋਫਾਈਟਸ ਹੁੰਦੇ ਕੀ ਆ, ਜਿਹੜੇ ਕਿ ਡੈਡ ਔਰਗੈਨਿਜ਼ਮ 'ਤੇ ਪਨਪਦੇ ਹੈਗੇ ਆ, ਮਰੇ ਹੋਏ ਔਰਗੈਨਿਜ਼ਮਸ 'ਤੇ ਪਨਪ ਕੇ ਉਹਨਾਂ ਦੀ ਬੋਡੀ ਨੂੰ ਡੀਕੰਪੋਜ਼ ਕਰਦੇ, ਕੰਪਲੈਕਸ ਤੋਂ ਸਿੰਪਲ ਫਾਰਮ 'ਚ ਕਨਵਰਟ ਕਰਦੇ ਹੈਗੇ ਆ। ਸੈਪਰੋਫਾਈਟਿਕ ਫੰਜਾਈ ਜਿਹੜੀ ਹੈਗੀ ਆ ਇਹ ਡੈਡ ਮੈਟਰ ਨੂੰ ਸਿੰਪਲ ਸਬਸਟੈਂਸ 'ਚ ਕਨਵਰਟ ਕਰਦੀ ਹੈਗੀ ਤਾਂ ਕਿ ਪਲਾਂਟਸ ਉਹਨਾਂ ਨੂੰ ਯੂਜ਼ ਕਰਕੇ ਆਪਣੀ ਸੋਇਲ ਦੀ ਫਰਟੀਲਿਟੀ ਜਿਹੜੀ ਹੈਗੀ ਆ ਉਹ ਇਨਕਰੀਜ਼ ਕਰ ਪਾਉਣ। ਇਸ ਤੋਂ ਅੱਗੇ ਹੈ ਜਿਹੜੀ ਫੰਗਸ ਟ੍ਰਾਈਕੋਡਰਮਾ ਆ, ਸੋਇਲ ਇਨਹੈਬਿਟਿੰਗ ਫੰਗਸ ਹੈਗੀ ਆ ਟ੍ਰਾਈਕੋਡਰਮਾ। ਠੀਕ ਹੈ, ਇਹ ਕੀ ਕਰਦੀ ਆ, ਫਾਈਥੀਅਮ ਫੰਗਸ ਨੂੰ ਖ਼ਤਮ ਕਰਦੀ ਆ। ਇਹ ਜਿਹੜੀ ਫੰਗਸ ਹੁੰਦੀ ਹੈਗੀ ਆ ਇਹ ਰੂਟ ਨੂੰ ਖਰਾਬ ਕਰਦੀ ਆ। ਠੀਕ ਹੈ, ਸੋ ਟ੍ਰਾਈਕੋਡਰਮਾ ਯੂਜ਼ਫੁਲ ਫੰਗਸ ਆ ਜਿਹੜੀ ਕਿ ਹਾਰਮਫੁਲ ਫੰਗਸ ਨੂੰ, ਰੂਟ ਰੋਟ ਫੰਗਸ ਨੂੰ ਖ਼ਤਮ ਕਰਦੀ ਆ ਤਾਂ ਕਿ ਰੂਟਸ ਜਿਹੜੀਆਂ ਹੈਗੀਆਂ ਉਹ ਖਰਾਬ ਨਾ ਹੋ ਪਾਉਣ। ਇਹਦੇ ਨਾਲ ਹੀ ਜਿਹੜੇ ਪੈਨੀਸਿਲੀਅਮ ਵਰਮੀਕੁਲੇਟਮ ਜਿਹੜੀ ਫੰਜਾਈ ਹੈਗੀ ਆ ਉਹ ਚੈੱਕ ਕਰਦੀ ਆ ਕਿ ਰਾਈਜ਼ੋਕਟੋਨੀਆ ਸੋਲਾਨੀ ਐਨਜ਼ਾਈਮ ਹੈ ਕਿ ਨਹੀਂ। ਫਿਰ ਹੈ ਪ੍ਰੀਡੇਸ਼ੀਅਸ ਫੰਜਾਈ ਜਿਹੜੀ ਆ, ਜਿੱਦਾਂ ਕਿ ਡੈਕਟਾਈਲੇਰੀਆ, ਜ਼ੂਫੇਗਸ ਹੋ ਗਈ। ਹੁਣ ਇਹ ਕੀ ਕਰਦੇ, ਇਹ ਜਿਹੜੇ ਸੋਇਲ ਦੇ ਵਿੱਚ ਨੀਮੈਟੋਡਸ ਹੁੰਦੇ ਆ ਜਿਹੜੇ ਕਿ ਪਲਾਂਟ ਨੂੰ ਖਰਾਬ ਕਰ ਸਕਦੇ ਆ, ਵਰਮਸ, ਉਹਨਾਂ ਨੂੰ ਖ਼ਤਮ ਕਰਨ ਦਾ ਕੰਮ ਕਰਦੀ ਆ ਇਹ। ਫਿਰ ਅਗਰ ਫੰਜਾਈ ਜਿਹੜੀ ਹੈਗੀ ਆ ਉਹ ਸਿੰਬਾਇਓਸਿਸ ਕਾਜ਼ ਕਰਦੀ ਹੈਗੀ ਆ, ਫੰਜਾਈ ਪਲਾਂਟ ਦੇ ਨਾਲ ਗਰੋ ਕਰ ਜਾਂਦੀ ਆ ਪਲਾਂਟਸ ਦੀਆਂ ਰੂਟਸ ਦੇ ਵਿੱਚ, ਤਾਂ ਪਲਾਂਟਸ ਨੂੰ ਵਾਟਰ ਔਰ ਨਿਊਟਰੀਐਂਟਸ ਪ੍ਰੋਵਾਈਡ ਕਰਵਾਉਂਦੀ ਆ। ਫਿਰ ਹੈ ਐਬਸੀਡੀਆ, ਐਸਪਰਜਿਲਸ ਔਰ ਕਲੈਡੋਸਪੋਰੀਅਮ ਜਾਂ ਮਿਊਕਰ ਜਾਂ ਪੈਨੀਸਿਲੀਅਮ ਔਰ ਰਾਈਜ਼ੋਪਸ ਜਿਹੜੇ ਹੈਗੇ ਆ, ਇਹਨਾਂ ਦੇ ਵਿੱਚ ਬਾਈਂਡਿੰਗ ਕਪੈਸਿਟੀ ਜ਼ਿਆਦਾ ਹੁੰਦੀ, ਮਤਲਬ ਇਹ ਸੋਇਲ ਦੇ ਵਿੱਚ ਅਗਰ ਜਾਂਦੇ ਆ ਨਾ ਸੋਇਲ ਨੂੰ ਜਕੜ ਲੈਂਦੇ ਹੈਗੇ ਆ, ਉਹਦੇ ਨਾਲ ਸੋਇਲ ਇਰੋਜ਼ਨ, ਮਤਲਬ ਜਿਹੜੀ ਫਰਟੀਲਿਟੀ ਵਾਲੀ ਲੇਅਰ ਹੈਗੀ ਸੋਇਲ ਦੀ ਉਹ ਵਾਟਰ ਦੇ ਨਾਲ ਉਹ ਫਲੋ ਨਹੀਂ ਕਰ ਸਕਦੀ ਜਾਂ ਏਅਰ ਦੇ ਨਾਲ ਉਹ ਨਹੀਂ ਜਾ ਸਕਦੀ ਹੈਗੀ ਉੜ ਕੇ ਦੂਸਰੀ ਜਗ੍ਹਾ 'ਤੇ। ਠੀਕ ਹੈ, ਸੋ ਉਹਦੇ ਨਾਲ ਸੋਇਲ ਜਿਹੜੀ ਹੈਗੀ ਆ ਉਹਦੀ ਕੁਆਲਿਟੀ ਅੱਛੀ ਰਹਿੰਦੀ ਆ। ਨੈਕਸਟ ਹੈ ਮੈਨੀ ਇਨਸੈਕਟ ਪੈਸਟਸ ਕੈਨ ਕੰਟਰੋਲਡ ਬਾਈ ਦ ਯੂਜ਼ ਆਫ ਫੰਜਾਈ। ਹੈ ਨਾ, ਜਿਹੜੇ ਪੈਸਟਸ ਹੈਗੇ ਆ, ਪੈਸਟਸ ਕੀ ਹੁੰਦੇ, ਜਿਹੜੇ ਖਰਾਬ ਕਰਦੇ ਹੈਗੇ ਆ, ਜਿਹੜੇ ਕਿ ਪਲਾਂਟਸ ਨੂੰ ਡਿਸੀਜ਼ ਕਾਜ਼ ਕਰ ਸਕਦੇ ਹੈਗੇ ਆ। ਸੋ ਇਹ ਫੰਜਾਈ ਜਿਹੜੀ ਹੈਗੀ ਆ ਇਹ ਉਹਨਾਂ ਇਨਸੈਕਟ ਨੂੰ ਕੰਟਰੋਲ ਕਰਦੀ, ਉਹਨਾਂ ਨੂੰ ਡੈਵਲਪ ਨਹੀਂ ਹੋਣ ਦਿੰਦੀ ਹੈਗੀ। ਠੀਕ ਹੈ, ਇਹਦੀ ਐਗਜ਼ਾਮਪਲ ਦੇ ਵਿੱਚ ਅਸੀਂ ਕਰਦੇ ਹੈਗੇ ਆ ਐਸਕਰਸੋਨੀਆ ਐਲੀਰੋਡਿਸ, ਐਮਪਿਊਜ਼ਾ ਹੋ ਗਿਆ, ਆਈਸੋਨੇਰੀਆ ਫੈਰੀਨੋਜ਼ਾ ਹੋ ਗਿਆ। ਠੀਕ ਹੈ, ਫਿਰ ਹੈ ਐਟਮੋਸਫੇਰਿਕ ਨਾਈਟ੍ਰੋਜਨ ਨੂੰ ਸੈਕਰੋਮਾਈਸਿਸ ਜਿਹੜੇ ਹੈਗੇ ਆ ਇਹ ਫਿਕਸ ਕਰਦੇ ਹੈਗੇ ਆ, ਨਾਈਟ੍ਰੇਟਸ 'ਚ ਕਨਵਰਟ ਕਰਦੇ ਤਾਂ ਕਿ ਪਲਾਂਟਸ ਉਹਨਾਂ ਨੂੰ ਯੂਜ਼ ਕਰ ਸਕਣ। ਫਿਰ ਹੈ ਕਿ ਹੁਣ ਜਿਹੜੇ ਫੰਜਾਈ ਹੈਗੀ ਆ ਉਹ ਪਲਾਂਟਸ ਜਾਂ ਐਨੀਮਲਸ ਡਿਸੀਜ਼ਸ ਕਾਜ਼ ਕਰ ਸਕਦੀ ਆ। ਠੀਕ ਹੈ, ਇਹਦੇ ਨਾਲ LSD ਪ੍ਰੋਡਿਊਸ ਹੁੰਦੀ ਹੈਗੀ ਹੈ। ਕਲੈਵੀਸੈਪਸ ਪਰਪੂਰੀਆ ਜਿਹੜੀ ਹੈਗੀ ਆ ਇਹ ਫੰਜਾਈ ਆ। ਠੀਕ ਹੈ, ਇਹ ਆਰਗੋਟਿਜ਼ਮ ਕਾਜ਼ ਕਰਦੀ ਆ, ਆਰਗੋਟਿਜ਼ਮ ਮਤਲਬ ਅਰਗਟ ਪ੍ਰੋਡਿਊਸ ਕਰਨ 'ਚ ਹੈਲਪ ਕਰਦੀ ਆ। ਅਰਗਟ ਵੀ ਇੱਕ ਤਰ੍ਹਾਂ ਦੀ ਡਰੱਗ ਹੀ ਆ। ਠੀਕ ਹੈ, ਉਹ ਕੀ ਕਰਦੀ ਆ, LSD ਪ੍ਰੋਡਿਊਸ ਕਰਦੀ ਆ। LSD ਇੱਕ ਹੈਲੂਸੀਨੋਜੈਨਿਕ ਡਰੱਗ ਹੈਗੀ ਆ ਜਿਹਦੇ ਨਾਲ ਹੈਲੂਸੀਨੇਸ਼ਨਸ ਹੁੰਦੀਆਂ, ਮਤਲਬ ਜੋ ਇਹ ਡਰੱਗ ਨੂੰ ਯੂਜ਼ ਕਰਨ ਦੇ ਨਾਲ ਮਤਲਬ ਇੱਦਾਂ ਦਿਖਾਈ ਦਿੰਦਾ
ਇੱਦਾਂ ਦੀਆਂ ਚੀਜ਼ਾਂ ਦਿਖਾਈ ਦਿੰਦੀਆਂ ਜਾਂ ਇੱਦਾਂ ਦਾ ਲੱਗਦਾ ਹੈਗਾ ਕਿ ਜੋ ਅਸਲ 'ਚ ਹੁੰਦਾ ਹੀ ਨਹੀਂ ਆ, ਠੀਕ ਹੈ। ਹੈਲੂਸੀਨੋਜਨ ਕੌਜ਼ ਕਰਦੇ ਆ ਇਹ LSDs। ਸੋ ਇਹ ਫੰਜਾਈ ਦੇ ਥਰੂ ਪ੍ਰੀਪੇਅਰ ਹੁੰਦੇ ਆ। ਫਿਰ ਹੈ ਡਿਸੀਜ਼ਸ ਦੱਸੀਆਂ ਹੋਈਆਂ ਕੁਛ ਕਿ ਜੇ ਹੁਣ ਇਹ ਅਸੀਂ ਹਾਰਮ ਦੀ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜੀ ਫੰਜਾਈ ਹੈਗੀ ਉਹ ਹਾਰਮ ਕਰਦੀ ਆ ਪਲਾਂਟਸ। ਡਿਸੀਜ਼ਸ ਕਿਹੜੀਆਂ ਕਿਹੜੀਆਂ ਹੁੰਦੀਆਂ, ਜਿੱਦਾਂ ਕਿ ਬਲੈਕ ਵਰਟ ਹੋ ਗਿਆ ਪੋਟੈਟੋ ਦਾ, ਓਕੇ। ਇਹਨਾਂ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਡਿਸੀਜ਼ਸ ਦੀ ਗੱਲ ਕਰਦੇ ਹਾਂ। ਜਿੱਦਾਂ ਕਿ ਇਹ ਹੈ ਸਮਟ, ਰਸਟ ਔਰ ਸਮਟ, ਠੀਕ ਹੈ। ਰਸਟ ਔਰ ਸਮਟ ਇਸ ਤਰੀਕੇ ਦੀ ਹੁੰਦੀ, ਇਹ ਰਸਟ ਹੈ ਮਤਲਬ ਜਦੋਂ ਯੈਲੋਇਸ਼ ਕਲਰ ਦਾ ਸਬਸਟੈਂਸ ਜਿਹੜਾ ਉਹ ਪਲਾਂਟਸ ਦੇ ਉੱਪਰ ਗਰੋ ਹੋ ਜਾਏ ਔਰ ਪਲਾਂਟਸ ਨੂੰ ਖਰਾਬ ਕਰਨਾ ਸ਼ੁਰੂ ਕਰ ਦੇ, ਤੁਹਾਨੂੰ ਅਸੀਂ ਬੋਲਦੇ ਹਾਂ ਰਸਟ, ਠੀਕ ਹੈ। ਇਹ ਮਤਲਬ ਇੱਕ ਤਰ੍ਹਾਂ ਦੀ ਡਿਸੀਜ਼ ਹੀ ਹੈਗੀ ਆ, ਠੀਕ ਹੈ। ਲੀਵਸ ਦੇ ਵਿੱਚ ਵੀਟ ਲੀਵਸ ਜਿਹੜੀ ਹੈਗੀ ਆ, ਗੇਹੂੰ ਦੀਆਂ ਜਿਹੜੀਆਂ ਲੀਵਸ ਹੁੰਦੀਆਂ ਉਹਨਾਂ ਦੇ ਉੱਪਰ ਇਸ ਤਰੀਕੇ ਨਾਲ ਗਰੋ ਕਰ ਜਾਂਦੀ ਆ। ਫਿਰ ਲੀਫ ਜਿਹੜੀ ਹੈਗੀ ਆ ਜਦੋਂ ਉਹਦੇ ਵਿੱਚ ਇਨਫੈਕਸ਼ਨ ਕੌਜ਼ ਕਰਦੀ ਹੈਗੀ ਰਸਟ, ਅਤੇ ਇਸ ਤਰੀਕੇ ਨਾਲ ਯੈਲੋਇਸ਼ ਕਲਰ ਦੇ ਸਪੋਟ ਬਣ ਜਾਂਦੇ ਹੈਗੇ ਲੀਵਸ ਦੇ ਉੱਤੇ। ਫਿਰ ਹੈ ਵਾਈਟ ਰੋਟ ਸਮਟ ਆਫ ਦਾ ਡਾਈਜੈਸਟਿੰਗ ਓਲਡ ਵੁੱਡ, ਜਿਹੜੀ ਪੁਰਾਣੀ ਲੱਕੜ ਹੋਏ ਕੋਈ ਉਹਦੇ ਉੱਤੇ ਇਸ ਤਰੀਕੇ ਨਾਲ ਹੀ ਗਰੋ ਕਰ ਜਾਂਦੀ ਹੈਗੀ ਆ, ਠੀਕ ਹੈ। ਸਮਟ ਗਰੋ ਕਰ ਜਾਂਦੀ। ਹੁਣ ਜਿਹੜੀ ਰਸਟ ਹੈਗੀ ਆ ਇਹ ਯੈਲੋ ਕਲਰ ਦੀ ਹੁੰਦੀ ਆ ਜ਼ਿਆਦਾਤਰ, ਔਰ ਜਿਹੜੀ ਸਮਟ ਹੁੰਦੀ ਹੈ ਬਲੈਕਿਸ਼ ਕਲਰ ਦੇ ਵਿੱਚ ਆ ਜਾਂਦੀ ਹੈ, ਔਰ ਇਹ ਵੀ ਪਲਾਂਟਸ ਨੂੰ ਖਰਾਬ ਕਰਦੀ ਆ। ਇਸ ਤੋਂ ਅੱਗੇ ਹੈ ਪਲਾਂਟ ਪੈਥੋਜਨਸ ਹੋ ਗਏ, ਠੀਕ ਹੈ। ਜਿੱਦਾਂ ਕਿ ਰਸਟ ਦਿਖਾਈ ਹੋਈ ਆ, ਦੇਖੋ ਯੈਲੋਇਸ਼ ਕਲਰ ਦੀ ਹੈ, ਠੀਕ ਹੈ। ਵੁੱਡ ਐਂਡ ਰੂਟਸ ਖਰਾਬ ਹੋ ਜਾਂਦੀਆਂ ਅਗਰ ਫੰਜਾਈ ਦੇ ਇਫੈਕਟ ਦੇ ਕਰਕੇ ਵੁੱਡ ਖਰਾਬ ਹੋ ਜਾਂਦੀਆਂ। ਡੈਂਪਿੰਗ ਆਫ ਇਸ ਤਰੀਕੇ ਦੀ ਹੁੰਦੀ ਹੈਗੀ ਆ, ਖਰਾਬ ਕਰ ਦਿੰਦੇ ਵੈਜੀਟੇਬਲਸ ਨੂੰ ਜਾਂ ਫਰੂਟਸ ਨੂੰ, ਇਹਦੇ ਦਾਗ ਲੱਗ ਜਾਂਦੇ ਨਾ, ਖਰਾਬ ਹੋ ਜਾਂਦੀ ਹੈਗੀ ਆ ਉਹ। ਫਿਰ ਸਮਟ ਐਂਡ ਬਰਨਸ, ਇਸ ਤਰੀਕੇ ਦੀ ਸਮਟ ਦਿਖਾਈ ਦਿੰਦੀ ਆ, ਠੀਕ ਹੈ। ਉਸ ਤੋਂ ਅੱਗੇ ਇਹ ਦੇਖੋ ਇਹ ਰਸਟ ਦੀ ਹੈ, ਠੀਕ ਹੈ। ਰਸਟ ਫਲਾਰਿੰਗ ਪਾਰਟ ਨੂੰ ਡੈਮੇਜ ਕਰ ਦਿੰਦੀ ਹੈ। ਇਹ ਹੈ ਸਮਟ, ਮੇਜ਼ ਦੇ ਉੱਪਰ ਸਮਟ ਇਸ ਤਰੀਕੇ ਨਾਲ ਗਰੋ ਕਰਦੀ ਹੈ ਪਲਾਂਟ ਨੂੰ, ਔਰ ਜੋ ਫਰੂਟ ਗਰੋ ਕਰੇਗਾ ਉਹਨੂੰ ਖਰਾਬ ਕਰ ਦਿੰਦੀ ਹੈ ਇਸ ਤਰੀਕੇ ਨਾਲ ਇਹ। ਸੋ ਆਪਾਂ ਹੁਣ ਇਹਨਾਂ ਦੀ ਹੀ ਗੱਲ ਕਰਾਂਗੇ ਡਿਸੀਜ਼ਸ ਦੇ ਵਿੱਚ। ਸੋ ਆਪਾਂ ਹੁਣ ਗੱਲ ਕਰਦੇ ਹਾਂ ਪਲਾਂਟ ਡਿਸੀਜ਼ ਦੀ, ਜਿੱਦਾਂ ਕਿ ਬਲੈਕ ਵਰਟ ਡਿਸੀਜ਼ ਆਫ ਪੋਟੈਟੋ ਹੋ ਗਈ। ਪੋਟੈਟੋ ਦੇ ਉੱਤੇ ਜਿਹੜੇ ਕਾਲੇ ਕਾਲੇ ਦਾਗ ਪੈ ਜਾਂਦੇ ਹੈਗੇ ਆ ਨਾ, ਖਰਾਬ ਹੋ ਜਾਂਦੇ ਆ। ਸੋ ਕੇਸ ਫੰਜਾਈ ਕਰਕੇ ਹੁੰਦਾ ਸਿੰਕੈਟਰੀਅਮ ਐਂਡੋਬਾਇਓਟਿਕਮ ਦੇ ਕਰਕੇ। ਜਿਹੜੀ ਕਰੂਸੀਫਰਸ ਤੇ ਵਾਈਟ ਰਸਟ ਗਰੋ ਕਰ ਜਾਂਦੀ ਹੈਗੀ ਆ, ਉਹ ਕੇਸ ਕਰਕੇ ਹੁੰਦੀ ਫੰਜਾਈ ਕਰਕੇ ਐਲਬੂਗੋ ਕੈਂਡੀਡਾ ਜਾਂ ਸਿਸਟੋਪਸ ਕੈਂਡੀਡਸ। ਫਿਰ ਹੈ ਲੇਟ ਬਲਾਈਟ ਆਫ ਪੋਟੈਟੋ, ਇਹ ਕਿਹਦੇ ਕਰਕੇ ਹੁੰਦੀ ਆ, ਫਾਈਟੋ ਹਾਈਥੋਰਾ ਇਨਫੈਸਟੈਂਸ। ਉਸ ਤੋਂ ਅੱਗੇ ਹੈ ਅਰਲੀ ਬਲਾਈਟ ਆਫ ਪੋਟੈਟੋ, ਇਹ ਕਿਹਦੇ ਕਰਕੇ ਹੁੰਦੀ ਹੈਗੀ, ਆਲਟਰਨੇਰੀਆ ਸੋਲਾਨੀ। ਪਾਊਡਰੀ ਮਿਲਡਿਊ ਹੁੰਦੀ ਹੈਗੀ ਆ ਐਰੀਸੀਫੇ ਸਪਸ ਦੇ ਨਾਲ। ਉਸ ਤੋਂ ਅੱਗੇ ਡੈਂਪਿੰਗ ਆਫ ਸੀਡਲਿੰਗਸ। ਡੈਂਪਿੰਗ ਆਫ ਸੀਡਲਿੰਗਸ ਇਹਦੇ ਵਿੱਚ ਕੀ ਹੁੰਦਾ, ਜਿਹੜੀਆਂ ਸੀਡਸ ਹੁੰਦੀਆਂ ਉਹਨਾਂ ਦੇ ਉੱਤੇ ਇਫੈਕਟ ਹੁੰਦਾ ਫੰਜਾਈ ਦਾ। ਫੰਜਾਈ ਜਿਹੜੀ ਆ ਉਹ ਸੀਡਸ ਨੂੰ ਹੀ ਖਰਾਬ ਕਰ ਦਿੰਦੀ ਆ, ਉਹਨੂੰ ਅਸੀਂ ਡੈਂਪਿੰਗ ਆਫ ਸੀਡਲਿੰਗਸ ਬੋਲਦੇ ਹਾਂ। ਸੋ ਡੈਂਪਿੰਗ ਆਫ ਸੀਡਲਿੰਗਸ ਜਿਹੜੀ ਹੈਗੀ ਆ ਇਹ ਫਾਈਥੀਅਮ ਸਪਸ ਦੇ ਕਰਕੇ ਹੁੰਦੀ ਆ। ਲੂਜ਼ ਸਮਟ ਆਫ ਵੀਟ ਦੇ ਉੱਤੇ ਸਮਟ ਬਣ ਜਾਂਦੇ ਹੈਗੇ ਆ, ਠੀਕ ਹੈ। ਉਹ ਹੁੰਦੇ ਆ ਅਸਟੀਲੇਗੋ ਟ੍ਰਿਟੀਸੀ। ਅੱਗੇ ਹੈ ਬਲੈਕ ਰਸਟ ਆਫ ਵੀਟ, ਰਸਟ ਲੱਗ ਜਾਂਦੀ ਆ ਬਲੈਕ ਕਲਰ ਦੀ ਵੀਟ ਦੇ ਉੱਤੇ, ਉਹਨੂੰ ਉਹ ਹੁੰਦੀ ਹੈਗੀ ਆ ਪਿਊਸੀਨੀਆ ਗ੍ਰਾਮੀਨਿਸ ਟ੍ਰਿਟੀਸੀ। ਫਿਰ ਹੈ ਐਪਲ ਸਕੈਬ, ਐਪਲ ਜਿਹੜੇ ਖਰਾਬ ਹੋ ਜਾਂਦੇ ਹੈਗੇ ਆ, ਹੈ ਨਾ, ਉਹ ਹੁੰਦੇ ਹੈਗੇ ਆ ਵੈਂਚੂਰੀਆ ਇਨੈਕੁਐਲਿਸ। ਅੱਗੇ ਹੈ ਡਾਊਨੀ ਮਾਈਲਡਿਊਜ਼ ਹੁੰਦੇ ਹੈਗੇ ਆ ਪਿਰਨੋਸਪੋਰਾ ਸਪੀਸ਼ੀਜ਼ ਦੇ ਨਾਲ, ਸਪਸ ਦੇ ਨਾਲ। ਰੈੱਡ ਰੂਟ ਆਫ ਸ਼ੂਗਰ ਕੇਨ ਜਿਹੜੀ ਹੈਗੀ ਆ ਇਹ ਕਿਹਨਾਂ ਕਰਕੇ ਹੁੰਦੀ ਹੈਗੀ ਆ, ਕੋਲੇਟਰੋਟ੍ਰਿਕਮ ਫਲੈਕਟਮ। ਫਿਰ ਹੈ ਟਿਕਾ ਡਿਸੀਜ਼ ਆਫ ਦਾ ਗਰਾਊਂਡਨਟ ਖਰਾਬ ਹੁੰਦੇ ਹੈਗੇ ਆ ਕਰਸੋਸਪੋਰਾ ਸਪਸ ਦੇ ਨਾਲ, ਮਤਲਬ ਸਪੀਸ਼ੀਜ਼ ਦੇ ਨਾਲ। ਸਟੈਮ ਗਾਲ ਆਫ ਕੋਰੀਐਂਡਰ, ਧਨੀਆ ਖਰਾਬ ਹੋ ਜਾਂਦਾ ਆ, ਉਹ ਹੁੰਦਾ ਹੈ ਪ੍ਰੋਟੋਮਾਈਸਿਸ ਸਪੇਸਿਸ ਨਾਲ, ਠੀਕ ਹੈ। ਵਿਲਟ ਆਫ ਅਰਹਰ,
ਅਰਹਰ ਦੀ ਦਾਲ ਸੁੱਕ ਜਾਂਦੀ ਹੈਗੀ ਆ, ਪੌਦਾ ਹੀ ਸੁੱਕ ਜਾਂਦਾ ਆ, ਉਹ ਹੁੰਦੀ ਹੈਗੀ ਆ ਫਿਊਜ਼ੇਰੀਅਮ ਸਪਸ ਦੇ ਨਾਲ। ਇਸ ਤੋਂ ਇਲਾਵਾ ਅੱਗੇ ਹੈ ਲੀਫ ਰਸਟ ਆਫ ਕੌਫੀ, ਕੌਫੀ ਦੇ ਪੱਤੇ ਖਰਾਬ ਹੋ ਜਾਂਦੇ ਹੈਗੇ ਆ, ਹਿਮੇਲੀਆ ਵੈਸਟਰੈਟਿਕਸ। ਅੱਗੇ ਹੈ ਬਲਾਸਟ ਡਿਸੀਜ਼ ਆਫ ਰਾਈਸ, ਉਹ ਹੁੰਦੀ ਹੈਗੀ ਆ ਪਾਇਰੀਕੁਲੇਰੀਆ ਔਰਿਜ਼ੇ ਦੇ ਨਾਲ। ਗ੍ਰੀਨੀਅਰ ਡਿਸੀਜ਼ ਆਫ ਬਾਜਰਾ, ਬਾਜਰਾ ਖਰਾਬ ਹੋ ਜਾਂਦਾ ਆ, ਉਹ ਹੁੰਦਾ ਆ ਸਕਲਰੋਸਪੋਰਾ ਗ੍ਰੈਮੀਨੀਕੋਲਾ। ਫਲੈਗਸਮਟ ਆਫ ਵੀਟ, ਫਲੈਗਸਮਟ ਆਫ ਵੀਟ ਕਿਹਦੇ ਕਰਕੇ ਹੁੰਦੀ ਹੈਗੀ ਆ ਯੂਰੋਸਿਸਟਿਸ ਟ੍ਰਿਟਿਸੀ। ਮੇਜ਼ ਸਮਟ ਕਿਹਦੇ ਕਰਕੇ ਹੁੰਦੀ ਆ ਅਸਟੀਲੇਗੋ ਮਾਈਡਿਸ ਦੇ ਨਾਲ। ਇਸ ਤੋਂ ਅੱਗੇ ਹੈ ਪਲਾਂਟਸ ਡਿਸੀਜ਼ ਸਭ ਤੋਂ ਜ਼ਿਆਦੀਆਂ ਹੁੰਦੀਆਂ ਫੰਜਾਈ ਦੇ ਕਰਕੇ, ਈਵਨ ਹਿਊਮਨ ਬੀਂਗ 'ਚ ਵੀ ਫੰਗਲ ਡਿਸੀਜ਼ਜ਼ ਹੁੰਦੀਆਂ ਕਈ। ਸੋ ਲੂਸਮਟ ਆਫ ਓਟ, ਓਟ ਖਰਾਬ ਹੋ ਜਾਂਦੇ ਅਸਟੀਲੇਗੋ ਐਵੈਨੀ। ਕਵਰਡ ਸਮਟ ਆਫ ਓਟ, ਕਵਰਡ ਸਮਟ ਆਫ ਓਟ ਮਤਲਬ ਜਿਹੜੀ ਓਟ ਦੇ ਉੱਤੇ ਸਮਟ ਜਿਹੜੀ ਆ ਉਹ ਪੂਰਾ ਏਰੀਆ ਕਵਰ ਕਰ ਲੈਂਦੇ, ਪੂਰੇ ਓਟਸ ਨੂੰ ਕਵਰ ਕਰਕੇ ਪੂਰੇ ਦੇ ਪੂਰੇ ਓਟਸ ਨੂੰ ਡੈਮੇਜ ਕਰ ਦਿੰਦੀ ਆ, ਉਹ ਹੁੰਦੀ ਹੈਗੀ ਅਸਟੀਲੇਗੋ ਕੋਲੇਰੀ। ਅਲੱਗ-ਅਲੱਗ ਸਪੀਸ਼ੀਜ਼ ਹੁੰਦੀਆਂ ਫੰਜਾਈ ਦੀਆਂ ਜਿਹੜੀਆਂ ਕਿ ਖਰਾਬ ਕਰਦੀਆਂ ਇਹਨਾਂ ਨੂੰ। ਕਵਰਡ ਸਮਟ ਆਫ ਜਵਾਰ, ਉਹ ਹੁੰਦੀ ਆ ਸਪੇਸਿਲੋਥੀਸ਼ੀਆ ਸੌਰਗੀ, ਠੀਕ ਹੈ। ਸੋ ਇਹ ਕਈ ਸਾਰੀਆਂ ਡਿਸੀਜ਼ਜ਼ ਹੈਗੀਆਂ ਜਿਹੜੀਆਂ ਕਿ ਪਲਾਂਟ ਡਿਸੀਜ਼ਜ਼ ਆ। ਇਸ ਤੋਂ ਅੱਗੇ ਹਿਊਮਨ ਡਿਸੀਜ਼ਜ਼ ਜਿਹੜੀਆਂ ਫੰਗਲ ਡਿਸੀਜ਼ਜ਼ ਹੈਗੀਆਂ, ਲੰਗ ਡਿਸੀਜ਼ ਹੁੰਦੀ ਹੈਗੀ ਆ ਐਸਪਰਜਿਲੋਸਿਸ, ਠੀਕ ਹੈ। ਉਹ ਐਸਪਰਜਿਲਸ ਨਾਈਗਰ ਜਾਂ ਐਸਪਰਜਿਲਸ ਫਲੇਵਸ ਜਾਂ ਐਸਪਰਜਿਲਸ ਦੀ ਹੋਰ ਸਪੀਸ਼ੀਜ਼ ਆ ਫਿਊਮੀਗੇਟਸ, ਇਹਨਾਂ ਦੇ ਕਰਕੇ ਇਹ ਲੰਗਸ ਡਿਸੀਜ਼ ਹੋ ਜਾਂਦੀ ਹੈਗੀ ਆ ਹਿਊਮਨ ਬੀਂਗ ਦੇ ਵਿੱਚ। ਇਸ ਤੋਂ ਅੱਗੇ ਹੈ ਰਿੰਗਵਰਮ, ਰਿੰਗਵਰਮ ਡਿਸੀਜ਼ ਜਿਹੜੀ ਹੈਗੀ ਆ ਇਹ ਟ੍ਰਾਈਕੋਫਾਈਟੋਨ ਜਾਂ ਮਾਈਕਰੋਸਪੋਰਮ ਦੇ ਕਰਕੇ ਹੁੰਦੀ ਆ। ਨਿਊਟ੍ਰੀਟਿਸ ਜਿਹੜੀ ਹੈਗੀ ਆ ਇਹ ਹੁੰਦੀ ਹੈਗੀ ਆ ਨਰਵਸ ਸਿਸਟਮ ਦੀ ਇਨਫੈਕਸ਼ਨ ਆ, ਮਤਲਬ ਬ੍ਰੇਨ ਔਰ ਸਪਾਈਨਲ ਕੋਡ ਇਸ ਪਾਰਟ ਨੂੰ ਇਹ ਅਫੈਕਟ ਕਰ ਸਕਦੀ ਹੈਗੀ ਆ, ਨਰਵਸ ਟਿਸ਼ੂਜ਼ ਨੂੰ ਡੈਮੇਜ ਕਰਦੀ ਹੈਗੀ ਆ। ਇਹ ਹੁੰਦੀ ਹੈਗੀ ਆ ਮਿਊਕਰ ਪਿਊਸਿਲਸ। ਅੱਗੇ ਹੈ ਮੈਂਟਲ ਡਿਸਆਰਡਰ, ਉਹਨੂੰ ਅਸੀਂ ਕਹਿੰਦੇ ਹੈਗੇ ਆ ਕ੍ਰਿਪਟੋਸਕੋਸਿਸ। ਇਹ ਹੈ ਲਾਈਪੋਮਾਈਸਿਸ ਨਿਓਫੋਰਮਨਸ ਦੇ ਨਾਲ। ਅੱਗੇ ਹੈ ਈਅਰ ਇਨਫੈਕਸ਼ਨ, ਈਅਰ ਇਨਫੈਕਸ਼ਨ ਜਿਹੜੀ ਹੈ ਇਹਨੂੰ ਅਸੀਂ ਕਹਿੰਦੇ ਹੈਗੇ ਆ ਆਟੋਮਾਈਕੋਸਿਸ। ਇਹ ਐਸਪਰਜਿਲਸ ਫਲੇਵਸ ਜਾਂ ਐਸਪਰਜਿਲਸ ਨਿਡੂਲੈਂਸ ਇਹਨਾਂ ਦੀ ਸਪੀਸ਼ੀਜ਼ ਦੇ ਨਾਲ ਹੁੰਦੀ ਹੈਗੀ ਆ। ਅੱਗੇ ਹੈ ਥਰਸ਼ ਡਿਸੀਜ਼ ਆਫ ਥਰੋਟ, ਥਰੋਟ ਪ੍ਰੋਬਲਮ ਹੈਗੀ ਆ ਇਹ, ਥਰੋਟ 'ਚ ਫੰਗਲ ਇਨਫੈਕਸ਼ਨ ਅਗਰ ਹੋ ਜੇ ਉਹ ਕਿਹਦੇ ਕਰਕੇ ਹੁੰਦੀ ਆ ਮੋਨੀਲੀਆ ਨਾਮ ਦੀ ਫੰਜਾਈ ਦੇ ਕਰਕੇ। ਐਨੀਮਲ ਡਿਸੀਜ਼ ਜਿਹੜੀ ਆ ਐਨੀਮਲਸ ਦੇ ਵਿੱਚ ਐਥਲੀਟ ਫੁੱਟ, ਪੈਰ ਜਿਹੜੀ ਹੈਗੀ ਆ ਉਹ ਕਾਫੀ ਮੋਟੇ ਹੋ ਜਾਂਦੇ ਸਵੈਲ ਕਰਕੇ, ਫੰਗਲ ਇਨਫੈਕਸ਼ਨ ਦੇ ਕਰਕੇ, ਉਹ ਹੁੰਦੀ ਆ ਟੇਨੀਆ ਰਬਰਮ। ਅੱਗੇ ਹੈ ਰਿੰਗਵਰਮ ਡਿਸੀਜ਼ ਜਿਹੜੀ ਹੈਗੀ ਆ ਰਿੰਗਵਰਮ ਹੋ ਜਾਂਦੇ ਆ, ਉਹ ਹੁੰਦੀ ਹੈਗੀ ਆ ਟ੍ਰਾਈਕੋਫਾਈਟੋਨ ਮਾਈਕਰੋਸਪੋਰਮ ਔਰ ਐਪੀਡਰਮੋਫਾਈਟੋਨ, ਇਹਨਾਂ ਫੰਜਾਈ ਕਰਕੇ ਹੋ ਜਾਂਦੀ ਆ। ਫਿਰ ਹੈ ਮਿਊਕੋਮਾਈਕੋਸਿਸ, ਇਹ ਹੁੰਦੀ ਹੈਗੀ ਆ ਮਿਊਕਰ ਔਰ ਰਾਈਜ਼ੋਪਸ ਦੇ ਨਾਲ। ਫਿਰ ਹੈ ਐਸਪਰਜਿਲੋਸਿਸ, ਇਹ ਐਸਪਰਜਿਲਸ ਸਪੀਸ਼ੀਜ਼ ਦੇ ਨਾਮ ਹੁੰਦੀ ਆ। ਪੈਨੀਸਿਲੋਸਿਸ ਜਿਹੜੀ ਹੈਗੀ ਹੈ ਪੈਨੀਸੀਲੀਅਮ ਦੀ ਜਿਹੜੀ ਹਾਰਮਫੁਲ ਸਪੀਸ਼ੀਜ਼ ਆ ਉਹਦੇ ਕਰਕੇ ਡਿਸੀਜ਼ ਹੋ ਜਾਂਦੀ ਹੈਗੀ ਆ। ਸੋ ਇਹ ਕੁਛ ਡਿਸੀਜ਼ਜ਼ ਹੈਗੀਆਂ ਜਿਹੜੀਆਂ ਕਿ ਹਿਊਮਨ ਬੀਂਗ, ਐਨੀਮਲਸ ਦੇ ਵਿੱਚ ਔਰ ਪਲਾਂਟਸ ਦੇ ਵਿੱਚ ਪਾਈਆਂ ਜਾਂਦੀਆਂ ਹੈ, ਠੀਕ ਹੈ। ਸੋ ਆਪਣਾ ਇੱਥੇ ਫੰਜਾਈ ਨਾਲ ਰਿਲੇਟਿਡ ਟੌਪਿਕ ਖਤਮ ਹੋ ਗਿਆ ਆ। ਉਹਦੇ ਕਰੈਕਟਰਸ ਮਤਲਬ ਉਹਦੀ ਰਿਪਰੋਡਕਸ਼ਨ ਔਰ ਟਾਈਪਸ ਦੇ ਨਾਲ ਰਿਲੇਟਿਡ ਵੀਡੀਓਜ਼ ਜਿਹੜੀਆਂ ਹੈਗੀਆਂ ਉਹ ਆਪਾਂ ਪਹਿਲਾਂ ਹੀ ਕਰ ਚੁੱਕੇ ਹੈਗੇ ਹਾਂ।